ਹੈਲੋ ਫਰੈਂਡਸ, ਵੈਲਕਮ ਟੂ ਮਾਈ ਚੈਨਲ ਈਕੋ ਟਿਊਟਰ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪਿਛਲੀ ਵੀਡੀਓ ਦੇ ਵਿੱਚ ਆਪਾਂ ਨੇ ਪੜ੍ਹੇ ਸੀਗੇ ਸਮਾਲ ਇੰਡਸਟਰੀਜ਼ ਦੇ ਬਾਰੇ ਪੜ੍ਹਿਆ ਸੀਗਾ ਤੇ ਕਾਟੇਜ ਇੰਡਸਟਰੀ ਦੇ ਬਾਰੇ ਪੜ੍ਹਿਆ ਸੀਗਾ। ਠੀਕ ਹੈ ਜੀ। ਇਸ ਵੀਡੀਓ ਦੇ ਵਿੱਚ ਆਪਾਂ ਪੜਾਂਗੇ ਕਿ ਲਾਰਜ ਸਕੇਲ ਇੰਡਸਟਰੀ ਦੇ ਬਾਰੇ ਪੜਾਂਗੇ। ਠੀਕ ਹੈ ਜੀ। तो चलो बिना टाइम वेस्ट किए वीडियो ਨੂੰ स्टार्ट करते हैं। इफ़ यू लाइक माई चैनल प्लीज़ सबसक्राइब एंड अपने दोस्तों नाल जरूर शेयर करियो ਤਾਂ ਜੋ ਵੀ ਇਹਦਾ ਬੈਨੀਫਿਟ ਲੈ ਸਕਣ। ਤਾਂ ਕੀ ਆ, ਵੱਡੇ ਪੈਮਾਨੇ ਦੇ ਉਦਯੋਗ। ਵੱਡੇ ਪੈਮਾਨੇ ਦੇ ਉਦਯੋਗ ਕਿਹੜੇ ਹੁੰਦੇ ਨੇ? ਭਾਰਤ ਦੇ ਆਰਥਿਕ ਵਿਕਾਸ ਵਿੱਚ ਵੱਡੇ ਪੈਮਾਨੇ ਦੇ ਉਦਯੋਗਾਂ ਦਾ ਬਹੁਤ ਮਹੱਤਵ ਹੈ। ਉਦਯੋਗਾਂ ਵਿੱਚ ਨਿਵੇਸ਼ ਕੀਤੀ ਗਈ ਸਥਾਈ ਪੂੰਜੀ ਦਾ ਵੱਡਾ ਹਿੱਸਾ ਵੱਡੇ ਉਦਯੋਗਾਂ ਦੇ ਵਿੱਚ ਹੀ ਨਿਵੇਸ਼ ਕੀਤਾ ਜਾਂਦਾ ਹੈ। ਯਾਨੀ ਕਿ ਕਹਿੰਦੇ ਨੇ ਕਿ ਜਿਹੜਾ ਪੂੰਜੀ ਦਾ ਸਭ ਤੋਂ ਵੱਡਾ ਹਿੱਸਾ ਜਿਹੜਾ ਹੈਗਾ ਆ ਉਹ ਕਿੱਥੇ ਇਨਵੈਸਟਮੈਂਟ ਕੀਤਾ ਜਾਂਦਾ ਗਾ? ਉਹ ਜ਼ਿਆਦਾਤਰ ਕੀਤਾ ਜਾਂਦਾ ਗਾ ਲਾਰਜ ਸਕੇਲ ਇੰਡਸਟਰੀ ਦੇ ਵਿੱਚ ਕੀਤਾ ਜਾਂਦਾ ਗਾ। ਠੀਕ ਹੈ ਜੀ। ਉਹਨੂੰ ਆਪਾਂ ਕਹਿੰਦੇ ਆ ਕਿ ਵੱਡੇ ਉਦਯੋਗ। ਠੀਕ ਹੈ ਜੀ, ਜਿਹਦੇ ਵਿੱਚ ਬਹੁਤ ਹੀ ਜ਼ਿਆਦਾ ਮਾਤਰਾ ਦੇ ਵਿੱਚ ਪੂੰਜੀ ਦਾ ਇਨਵੈਸਟਮੈਂਟ ਕੀਤਾ ਜਾਵੇ। ਵੱਡੇ ਉਦਯੋਗਾਂ ਦਾ ਵਰਗੀਕਰਨ, ਹੁਣ ਇਹਦਾ ਕਿਸ ਤਰ੍ਹਾਂ ਕਲਾਸੀਫਾਈਡ ਕੀਤਾ ਗਿਆ ਆ। ਠੀਕ ਹੈ ਜੀ, ਉਹ ਪੜਾਂਗੇ ਕਿਸ ਤਰ੍ਹਾਂ ਇਹਨੂੰ ਮਤਲਬ ਵੰਡਿਆ ਗਿਆ ਹੈ, ਕਲਾਸੀਫਿਕੇਸ਼ਨ ਕਿਵੇਂ ਕੀਤਾ ਗਿਆ ਗਾ। ਮੁੱਢਲੇ ਉਦਯੋਗ, ਬੇਸਿਕ ਇੰਡਸਟਰੀਜ਼। ਸਭ ਤੋਂ ਪਹਿਲਾਂ ਕੀ ਹੈ? ਮੁੱਢਲੇ ਉਦਯੋਗ। ਫਿਰ ਸੈਕਿੰਡ ਹੈ ਪੂੰਜੀਗਤ ਵਸਤੂ ਉਦਯੋਗ ਅਤੇ ਮੱਧਵਰਤੀ ਵਸਤੂ ਉਦਯੋਗ ਅਤੇ ਉਪਭੋਗਤਾ ਵਸਤੂ ਉਦਯੋਗ। ਠੀਕ ਹੈ ਜੀ। ਤਾਂ ਮੁੱਢਲੇ ਉਦਯੋਗ ਕਿਹੜੇ ਨੇ? ਬੇਸਿਕ ਇੰਡਸਟਰੀ ਕਿਹੜੀ ਹੈ? ਵਰਗੀਕਰਨ ਚਾਰ ਭਾਗਾਂ ਦੇ ਵਿੱਚ ਕੀਤਾ ਗਿਆ ਆ। ਤਾਂ ਸਭ ਤੋਂ ਪਹਿਲਾਂ ਕੀ ਹੈ ਵਰਗੀਕਰਨ ਦਾ ਪਹਿਲਾ ਜਿਹੜਾ ਪਾਰਟ ਹੈ ਉਹ ਕੀ ਹੈ? ਮੁੱਢਲੇ ਉਦਯੋਗ, ਬੇਸਿਕ ਇੰਡਸਟਰੀਜ਼। ਮੁੱਢਲੇ ਉਦਯੋਗ ਦੇ ਵਿੱਚ ਉਹ ਉਦਯੋਗ ਹਨ ਜੋ ਖੇਤੀ ਅਤੇ ਮੁੱਢਲੇ ਉਦਯੋਗ ਨੂੰ ਆਪਾਂ ਉਹ ਕਹਿ ਦਿੰਦੇ ਪ੍ਰਾਥਮਿਕ ਉਦਯੋਗ ਵੀ ਕਹਿ ਦਿੰਦੇ ਹਾਂ। ਠੀਕ ਹੈ ਜੀ। ਜੋ ਖੇਤੀ ਅਤੇ ਉਦਯੋਗਾਂ ਨੂੰ ਲੋੜੀਂਦਾ ਇਨਪੁਟ ਪ੍ਰਦਾਨ ਕਰਦੇ ਹਨ। ਇਹ ਕੀ ਕਰਦੇ ਨੇ? ਖੇਤੀ ਨੂੰ ਯਾਨੀ ਕਿ ਐਗਰੀਕਲਚਰ ਨੂੰ ਔਰ ਜਿਹੜੇ ਉਦਯੋਗ ਨੇ ਉਹਨਾਂ ਨੂੰ ਕੀ ਕਰਦੇ ਨੇ? ਇਨਪੁਟ ਪ੍ਰੋਵਾਈਡ ਕਰਦੇ ਨੇ। ਇਨਪੁਟ ਮਤਲਬ ਰॉ ਮਟੀਰੀਅਲ ਵਗੈਰਾ ਪ੍ਰਦਾਨ ਕਰਦੇ ਨੇ। ਇਹਨਾਂ ਉਦਯੋਗਾਂ ਦੇ ਵਿੱਚ ਇਸਪਾਤ, ਲੋਹਾ, ਕੋਇਲਾ, ਰਸਾਇਣਿਕ ਖਾਦ, ਐਲੂਮੀਨੀਅਮ ਅਤੇ ਬਿਜਲੀ ਹਨ। ਇਹਨਾਂ ਉਦਯੋਗਾਂ ਦੇ ਵਿੱਚ ਕਿਹੜੇ ਚੀਜ਼ਾਂ ਸ਼ਾਮਿਲ ਨੇ? ਉਹ ਕਿਹੜੇ ਨੇ? ਉਹ ਆ ਨੇ ਇਸਪਾਤ। ਮਤਲਬ ਇਹਨਾਂ ਦੀ ਉਦਾਹਰਨਾਂ, ਮੁੱਢਲੇ ਉਦਯੋਗ ਦੀ ਉਦਾਹਰਨਾਂ ਜਿਵੇਂ ਕਿ ਕੋਈ ਇਸਪਾਤ ਇੰਡਸਟਰੀ ਹੋਊਗੀ, ਲੋਹਾ ਇੰਡਸਟਰੀ, ਕੋਇਲਾ, ਰਸਾਇਣਿਕ, ਐਲੂਮੀਨੀਅਮ ਅਤੇ ਬਿਜਲੀ ਦਾ। ਠੀਕ ਹੈ ਜੀ। ਸੈਕਿੰਡ ਕੀ ਹੈ? ਪੂੰਜੀਗਤ ਵਸਤੂ ਉਦਯੋਗ, ਕੈਪੀਟਲ ਗੁੱਡਸ ਇੰਡਸਟਰੀ। ਇਹਦੇ ਵਿੱਚ ਆਪਾਂ ਕੀ ਪੜਾਂਗੇ ਕਿ ਕੈਪੀਟਲ ਗੁੱਡਸ ਇੰਡਸਟਰੀ ਕੀ ਹੈ। ਠੀਕ ਹੈ ਜੀ। ਪੂੰਜੀਗਤ ਵਸਤੂ ਉਦਯੋਗ ਉਹ ਉਦਯੋਗ ਹਨ ਜੋ ਖੇਤੀ ਅਤੇ ਉਦਯੋਗਾਂ ਲਈ ਮਸ਼ੀਨੀ ਅਤੇ ਯੰਤਰਾਂ ਦਾ ਉਤਪਾਦਨ ਕਰਦੇ। ਉਹਦੇ ਵਿੱਚ ਕੀ ਕਰਦੇ ਨੇ? ਇਨਪੁਟ ਪ੍ਰੋਵਾਈਡ ਕਰਦੇ ਨੇ ਮੁੱਢਲੇ ਉਦਯੋਗ ਦੇ ਵਿੱਚ। ਅਤੇ ਜਿਹੜੇ ਕੈਪੀਟਲ ਇੰਡਸਟਰੀ ਨੇ ਇਹ ਕੀ ਪ੍ਰੋਵਾਈਡ ਕਰਦੇ ਨੇ? ਇਹ ਮਸ਼ੀਨਰੀਜ਼ ਅਤੇ ਯੰਤਰ ਯਾਨੀ ਕਿ ਇੰਸਟਰੂਮੈਂਟ ਪ੍ਰੋਵਾਈਡ ਕਰਦੇ ਨੇ ਉਦਯੋਗਾਂ ਨੂੰ। ਠੀਕ ਹੈ ਜੀ। ਇਹਨਾਂ ਵਿੱਚ ਮਸ਼ੀਨੀ ਔਜ਼ਾਰ, ਟਰੈਕਟਰ, ਟਰਾਲੀ ਮਸ਼ੀਨਰੀ ਆ ਜਾਂਦੀ ਆ। ਮਸ਼ੀਨ ਤਾਂ ਮਸ਼ੀਨਰੀ ਜਿੰਨਾ ਪ੍ਰੋਡਕਸ਼ਨ ਕੀਤਾ ਜਾਂਦਾ ਅੱਗੇ ਹੋਰ। ਠੀਕ ਹੈ। ਮਸ਼ੀਨੀ ਔਜ਼ਾਰ ਦੇ ਵਿੱਚ ਕੀ ਆ ਜਾਂਦਾ ਗਾ? ਜਿਵੇਂ ਟਰੈਕਟਰ, ਟਰਾਲੀ, ਹੋਰ ਖੇਤੀ ਦੇ ਨਾਲ ਯਾਨੀ ਕਿ ਇਹ ਐਗਰੀਕਲਚਰ ਨੂੰ ਵੀ ਪ੍ਰੋਵਾਈਡ ਕਰਦੇ ਨੇ ਔਰ ਇੰਡਸਟਰੀ ਨੂੰ ਵੀ। ਠੀਕ ਹੈ ਜੀ। ਯਾਨੀ ਕਿ ਇਹ ਜਿਹੜੇ ਹੈਗੇ ਨੇ ਕੈਪੀਟਲ ਉਦਯੋਗ ਇਹ ਸਿਰਫ ਮਸ਼ੀਨ ਅਤੇ ਯੰਤਰ ਪ੍ਰੋਵਾਈਡ ਕਰਦੇ ਨੇ। ਔਰ ਜਿਹੜੇ ਮੁੱਢਲੇ ਉਦਯੋਗ ਨੇ ਇਹ ਕੀ ਪ੍ਰੋਵਾਈਡ ਕਰਦੇ ਨੇ? ਇਨਪੁਟ ਪ੍ਰੋਵਾਈਡ ਕਰਦੇ ਨੇ। ਉਹ ਕਿਸੇ ਵੀ ਪ੍ਰਕਾਰ ਦਾ ਇਨਪੁਟ ਹੋ ਸਕਦਾ ਗਾ। ਠੀਕ ਹੈ ਜੀ। ਇਹਦੇ ਵਿੱਚ ਉਦਾਹਰਨ ਤੁਹਾਨੂੰ ਪਤਾ ਚੱਲ ਗਈ। ਥਰਡ ਕੀ ਹੈ? ਮੱਧਵਰਤੀ ਵਸਤੂ ਉਦਯੋਗ, ਇੰਟਰਮੈਡੀਏਟ ਗੁੱਡਸ ਇੰਡਸਟਰੀਜ਼। ਮੱਧਵਰਤੀ ਵਸਤੂ ਉਦਯੋਗ ਉਹ ਉਦਯੋਗ ਹਨ ਜੋ ਉਹਨਾਂ ਵਸਤੂਆਂ ਦਾ ਉਤਪਾਦਨ ਕਰਦੇ ਹਨ ਜਿਨ੍ਹਾਂ ਦਾ ਹੋਰਨਾਂ ਵਸਤੂਆਂ ਦੇ ਉਤਪਾਦਨ ਲਈ ਪ੍ਰਯੋਗ ਕੀਤਾ ਜਾਂਦਾ ਹੈ। ਠੀਕ ਹੈ ਜੀ। ਇਹ ਜਿਵੇਂ ਮੰਨ ਲਓ ਹੁਣ ਕੋਈ ਜਿਹੜਾ ਫੈਕਟਰੀ ਹੈ ਉਹ ਸਿਲਾਈ ਮਸ਼ੀਨ ਉਹ ਕਰਦਾ ਗਾ, ਬਣਾਉਂਦਾ ਗਾ। ਠੀਕ ਹੈ ਜੀ। ਸਿਲਾਈ ਮਸ਼ੀਨ ਬਣਾਉਂਦਾ ਗਾ। ਤਾਂ ਹੁਣ ਦੱਸੋ, ਸਿਲਾਈ ਮਸ਼ੀਨ ਇੱਕ ਉਹਦੇ ਵਿੱਚ ਫੈਕਟਰੀ ਦੇ ਵਿੱਚ ਬਣਾਇਆ ਜਾਂਦਾ ਗਾ। ਫਿਰ ਉਹ ਸਿਲਾਈ ਮਸ਼ੀਨ ਤੋਂ ਅੱਗੇ ਕੱਪੜੇ ਬਣਾਏ ਜਾਂਦੇ ਨੇ। ਠੀਕ ਹੈ ਜੀ। ਤੇ ਇਹ ਕੀ ਹੋ ਗਿਆ? ਇੱਕ ਚੀਜ਼ ਬਣਾਈ, ਫਿਰ ਉਹਦੇ ਤੋਂ ਹੋਰ ਅੱਗੇ ਜਿਹੜੀ ਚੀਜ਼ ਬਣਾਈ ਆ ਉਹਦੇ ਤੋਂ ਹੋਰ ਅੱਗੇ ਆਪਾਂ ਕੀ ਕਰ ਸਕਦੇ ਹਾਂ? ਪ੍ਰੋਡਕਸ਼ਨ ਕਰ ਸਕਦੇ ਹਾਂ। ਉਹੀ ਕਹਿੰਦੇ ਨੇ ਕਿ ਮੱਧਵਰਤੀ ਉਦਯੋਗ ਦੇ ਵਿੱਚ ਉਹ ਉਦਯੋਗ ਸ਼ਾਮਿਲ ਹੁੰਦੇ ਹਨ ਜਿਹੜੇ ਕਿ ਉਹਨਾਂ ਵਸਤੂਆਂ ਨੂੰ ਪੈਦਾ ਕਰਦੇ ਨੇ ਜਿਹੜੇ ਕਿ ਵਸਤੂਆਂ ਦੇ ਉਤਪਾਦਨ ਦੇ ਵਿੱਚ ਪ੍ਰਯੋਗ ਕੀਤੇ ਜਾਣ, ਹੋਰ ਵਸਤੂਆਂ ਦੇ ਉਤਪਾਦਨ ਦੇ ਵਿੱਚ ਪ੍ਰਯੋਗ ਕੀਤੇ ਜਾਂਦੇ ਨੇ। ਜਿਵੇਂ ਕਿ ਟਾਇਰ, ਮੋਬਾਈਲ, ਆਇਲ। ਇਹ ਹੁਣ ਦੇਖੋ ਟਾਇਰ ਆ, ਟਾਇਰ ਪੈਦਾ ਕੀਤਾ ਜਾਂਦਾ, ਟਾਇਰ ਬਣਾਇਆ ਜਾਂਦਾ ਗਾ। ਤੇ ਇਹ ਕਾਹਦੇ ਲਈ ਬਣਾਇਆ ਜਾਂਦਾ? ਤਾਂ ਜੋ ਅੱਗੇ ਤੋਂ ਉਸ ਤੋਂ ਕੀ ਬਣਾਏ ਜਾਣ? ਵਹੀਕਲਸ ਬਣਾਏ ਜਾਣ, ਕਿਸੇ ਵੀ ਪ੍ਰਕਾਰ 2 ਵੀਲਰ, 3 ਵੀਲਰ, 4 ਵੀਲਰ। ਠੀਕ ਹੈ ਜੀ। ਮੋਬਾਈਲ ਤੋਂ ਅੱਗੇ ਕੀ ਬਣਾਇਆ? ਉਹਦੇ ਪਾਰਟਸ ਅਲੱਗ-ਅਲੱਗ ਬਣਾਏ ਜਾਂਦੇ ਨੇ ਅੱਗੇ, ਫਿਰ ਉਹਦਾ ਮੋਬਾਈਲ ਬਣਦਾ ਗਾ। ਠੀਕ ਹੈ ਜੀ। ਸੌਰੀ, ਮੋਬਾਈਲ ਨਹੀਂ, ਮੋਬਿਲ ਆਇਲ। ਠੀਕ ਹੈ ਜੀ। ਮੋਬਿਲ ਆਇਲ ਜਿਹੜੇ ਦੇਖਿਆ ਹੋਊਗਾ ਤੁਸੀਂ ਗੱਡੀਆਂ ਦੇ ਵਿੱਚ ਵੀ ਪੈਂਦਾ ਹੁੰਦਾ ਗਾ ਜਾਂ ਫਿਰ ਮਸ਼ੀਨਾਂ ਦੇ ਵਿੱਚ ਵੀ ਪੈਂਦਾ ਹੁੰਦਾ ਗਾ। ਉਹ ਯੂਜ਼ ਕੀਤੇ ਜਾਂਦੇ ਕਿਉਂਕਿ ਉਹ ਉਹਨਾਂ ਦਾ ਯੂਜ਼ ਕੀਤਾ ਜਾਂਦਾ ਤਾਂ ਜੋ ਮਸ਼ੀਨ ਨੂੰ ਸਹੀ ਤਰੀਕੇ ਨਾਲ ਚਲਾਇਆ ਜਾ ਸਕੇ। ਠੀਕ ਹੈ ਜੀ। ਇਹ ਸਾਰੀ ਐਗਜ਼ਾਮਪਲ ਨੇ ਮੱਧਵਰਤੀ ਇੰਡਸਟਰੀਜ਼ ਦੇ। ਥਰਡ ਕੀ ਹੈ? ਉਪਭੋਗਤਾ ਵਸਤੂ ਉਦਯੋਗ। ਠੀਕ ਹੈ ਜੀ। ਉਪਭੋਗਤਾ ਵਸਤੂ ਉਦਯੋਗ
ਕੀ ਹੈ ਆਪਣਾ ਉਪਭੋਗਤਾ ਵਸਤੂ ਉਦਯੋਗ, ਕੰਜ਼ਿਊਮਰ ਗੁੱਡ ਇੰਡਸਟਰੀਜ਼। ਠੀਕ ਹੈ ਜੀ, ਉਪਭੋਗਤਾ ਵਸਤੂ ਉਦਯੋਗ ਉਹ ਉਦਯੋਗ ਹਨ ਜੋ ਉਪਭੋਗਤਾ ਵਸਤਾਂ ਦਾ ਉਤਪਾਦਨ ਕਰਦੇ ਹਨ। ਉਪਭੋਗਤਾ ਕਿਹੜੇ ਹੁੰਦੇ ਨੇ? ਕੰਜ਼ਿਊਮਰ, ਯਾਨੀ ਆਪਣੇ ਲਈ ਚੀਜ਼ਾਂ ਪੈਦਾ ਕਰਦੇ ਨੇ। ਠੀਕ ਹੈ, ਜਿਹੜੇ ਕੰਜ਼ਿਊਮਰ ਹੁੰਦੇ ਨੇ ਉਹਨਾਂ ਲਈ ਗੁੱਡਸ ਪ੍ਰੋਵਾਈਡ ਕਰਦੇ ਨੇ ਉਪਭੋਗਤਾ ਉਦਯੋਗ, ਕੰਜ਼ਿਊਮਰ ਗੁੱਡਸ ਇੰਡਸਟਰੀ। ਠੀਕ ਹੈ ਜੀ, ਜਿਵੇਂ ਕਿ ਖੰਡ, ਕਪੜਾ, ਕਾਗਜ਼, ਤੇਲ, ਜਿਹੜੇ ਵੀ ਮਸਾਲੇ ਯੂਜ਼ ਹੁੰਦੇ ਨੇ ਜਾਂ ਹੋਰ ਵੀ ਕਈ ਤਰੀਕੇ ਦੇ ਸਮਾਨ ਜੋ ਆਪਾਂ ਯੂਜ਼ ਕਰਦੇ ਹਾਂ। ਠੀਕ ਹੈ ਜੀ, ਰੋਜ਼ਾਨਾ ਡੇ ਟੂ ਡੇ ਲਾਈਫ ਦੇ ਵਿੱਚ ਉਹ ਇੰਡਸਟਰੀ ਇਹ ਪੈਦਾ ਕਰਦੀ ਹੈ। ਠੀਕ ਹੈ ਜੀ, ਹੁਣ ਇੱਥੇ ਆਪਾਂ ਨੇ ਲਾਰਜ ਸਕੇਲ ਇੰਡਸਟਰੀ ਦਾ ਵਰਗੀਕਰਨ ਪੜਿਆ ਆ। ਇੱਕ 4 ਭਾਗਾਂ ਦੇ ਵਿੱਚ ਵਰਗੀਕਰਨ ਕੀਤਾ ਗਿਆ। ਸਭ ਤੋਂ ਪਹਿਲਾਂ ਮੁੱਢਲੇ ਉਦਯੋਗ ਜੋ ਕੀ ਕਰਦੇ ਨੇ? ਇਨਪੁਟ ਪ੍ਰੋਵਾਈਡ ਕਰਦੇ ਨੇ ਇੰਡਸਟਰੀ ਅਤੇ ਐਗਰੀਕਲਚਰ ਨੂੰ। ਸੈਕੰਡ ਪੜਿਆ ਕੈਪੀਟਲ ਇੰਡਸਟਰੀਜ਼। ਇਹ ਕੈਪੀਟਲ ਇੰਡਸਟਰੀ ਕੀ ਕਰਦੇ ਨੇ? ਜਿਹੜੇ ਇੰਸਟਰੂਮੈਂਟ ਹੋ ਗਏ ਜਾਂ ਮਸ਼ੀਨਰੀ ਹੋ ਗਈ ਇਹ ਪ੍ਰੋਵਾਈਡ ਕਰਦੇ ਨੇ। ਥਰਡ ਆਪਾਂ ਨੇ ਕੀ ਪੜਿਆ? ਮੱਧਵਰਤੀ ਉਦਯੋਗ। ਮੱਧਵਰਤੀ ਉਦਯੋਗ ਕੀ, ਇਹਦੇ ਵਿੱਚ ਕੀ ਕੀਤਾ ਜਾਂਦਾ ਗਾ? ਉਹਨਾਂ ਚੀਜ਼ਾਂ ਨੂੰ ਬਣਾਇਆ ਜਾਂਦਾ ਗਾ ਜੋ ਅੱਗੇ ਹੋਰ ਚੀਜ਼ਾਂ ਦੇ ਉਤਪਾਦਨ ਵਿੱਚ ਪ੍ਰਯੋਗ ਕੀਤੇ ਜਾਂਦੇ ਨੇ। ਹੁਣ ਮੱਧਵਰਤੀ ਤੁਸੀਂ ਸਮਝੋ ਨਾ ਕਿ ਮੱਧਵਰਤੀ ਯਾਨੀ ਕਿ ਮੱਧ ਦੇ ਵਿੱਚ ਉਹਦਾ ਪ੍ਰਯੋਗ ਕੀਤਾ ਜਾਂਦਾ ਅੱਗੇ ਹੋਰ ਕੋਈ ਚੀਜ਼ ਨੂੰ ਬਣਾਉਣ ਦੇ ਲਈ। ਠੀਕ ਹੈ ਜੀ, ਠੀਕ ਹੈ ਜੀ। ਨੈਕਸਟ ਕੀ ਹੈ? ਉਪਭੋਗਤਾ, ਕੰਜ਼ਿਊਮਰ, ਜੋ ਕੰਜ਼ਿਊਮਰ ਦੇ ਲਈ ਗੁੱਡਸ ਬਣਾਉਂਦੀਆਂ ਨੇ ਉਹ ਵਾਲੀ ਇੰਡਸਟਰੀ। ਠੀਕ ਹੈ, ਇਹ 4 ਭਾਗਾਂ ਦੇ ਵਿੱਚ ਕੀ ਕੀਤਾ ਗਿਆ? ਡਿਵਾਈਡ ਕੀਤਾ ਗਿਆ ਲਾਰਜ ਸਕੇਲ ਇੰਡਸਟਰੀ ਨੂੰ। ਹੁਣ ਵੱਡੇ ਉਦਯੋਗਾਂ ਦਾ ਦੇਸ਼ ਦੇ ਉਦਯੋਗੀਕਰਨ ਵਿੱਚ ਕੀ ਇੰਪੋਰਟੈਂਸ ਹੈ? ਜਿਵੇਂ ਕਿ ਛੋਟੇ ਉਦਯੋਗਾਂ ਦਾ ਅਲੱਗ-ਅਲੱਗ ਇੰਪੋਰਟੈਂਸ ਪੜਿਆ ਸੀ ਆਪਾਂ ਨੇ, ਉਵੇਂ ਹੀ ਲਾਰਜ ਸਕੇਲ ਇੰਡਸਟਰੀ ਦਾ ਵੀ ਕੀ ਆ? ਬਹੁਤ ਹੀ ਵੱਡਾ ਯੋਗਦਾਨ ਹੈ, ਮਹੱਤਵ ਹੈ, ਇੰਪੋਰਟੈਂਸ ਹੈ, ਉਹ ਪੜਨ ਜਾ ਰਹੇ ਹਾਂ। ਤਾਂ ਸਭ ਤੋਂ ਪਹਿਲਾਂ ਇੰਪੋਰਟੈਂਸ ਕੀ ਹੈ? ਪੂੰਜੀਗਤ ਅਤੇ ਮੁੱਢਲੀਆਂ ਵਸਤਾਂ ਦਾ ਉਤਪਾਦਨ। ਪੂੰਜੀਗਤ ਅਤੇ ਮੁੱਢਲੀਆਂ ਵਸਤਾਂ, ਪੂੰਜੀਗਤ ਮਤਲਬ ਜਿਹੜੀਆਂ ਮਸ਼ੀਨਰੀਜ਼ ਹੋ ਗਈਆਂ ਉਹ, ਅਤੇ ਮੁੱਢਲੀਆਂ ਵਸਤਾਂ ਜਿਹੜੀ ਵੀ ਲੋੜ ਹੁੰਦੀਆਂ ਨੇ, ਮੁੱਢਲੀਆਂ ਨੇ, ਜ਼ਰੂਰੀ ਨੇ, ਉਹਨਾਂ ਦੇ ਪ੍ਰੋਡਕਸ਼ਨ ਕੀਤੀਆਂ ਜਾਂਦੀਆਂ ਨੇ। ਉਹਦੇ ਵਿੱਚ ਹੈਲਪਫੁਲ ਆ ਲਾਰਜ ਸਕੇਲ ਇੰਡਸਟਰੀ। ਪ੍ਰੋਡਕਸ਼ਨ ਆਫ ਕੈਪੀਟਲਿਸਟਿਕ ਐਂਡ ਬੇਸਿਕ ਗੁੱਡਸ। ਠੀਕ ਹੈ ਜੀ, ਦੇਸ਼ ਦੇ ਉਦਯੋਗੀਕਰਨ ਲਈ ਪੂੰਜੀਗਤ ਵਸਤਾਂ ਜਿਵੇਂ ਕਿ ਮਸ਼ੀਨੀ ਯੰਤਰ, ਮੁੱਢਲੀਆਂ ਵਸਤਾਂ, ਜਿਵੇਂ ਕਿ ਹੁਣ ਇਹਦੇ ਵਿੱਚ ਦੱਸਤਾ ਪੂੰਜੀਗਤ ਵਸਤੂ ਕਿਹੜੇ ਪਤਾ ਚੱਲ ਗਏ ਤੁਹਾਨੂੰ? ਜਿਹੜੀ ਪੂੰਜੀਗਤ ਵਸਤ ਉਹਦੇ ਵਿੱਚ ਮਸ਼ੀਨਰੀਜ਼ ਆ ਜਾਂਦੀਆਂ ਨੇ, ਯੰਤਰ ਆ ਜਾਂਦੇ ਨੇ। ਠੀਕ ਹੈ ਜੀ, ਇੰਸਟਰੂਮੈਂਟ ਆ ਜਾਂਦੇ ਨੇ। ਮੁੱਢਲੀਆਂ ਵਸਤਾਂ ਜਿਵੇਂ ਕਿ ਇਸਪਾਤ, ਲੋਹਾ, ਰਸਾਇਣਿਕ ਪਦਾਰਥ ਆਦਿ ਦਾ ਬਹੁਤ ਜ਼ਿਆਦਾ ਮਹੱਤਵ ਹੈ। ਹੁਣ ਜਿਹੜੇ ਮੁੱਢਲੀਆਂ ਵਸਤਾਂ ਨੇ ਉਹਦੇ ਵਿੱਚ ਕੀ ਆ ਜਾਂਦੇ ਨੇ? ਇਸਪਾਤ, ਲੋਹਾ, ਕਿਉਂਕਿ ਇਹ ਮੁੱਢਲੀਆਂ ਨੇ, ਇਹਨਾਂ ਤੋਂ ਹੋਰ ਜ਼ਿਆਦਾ ਅੱਗੇ ਕੀ ਕਰ ਸਕਦੇ? ਪ੍ਰੋਡਕਸ਼ਨ ਕਰ, ਕਿਉਂਕਿ ਦੇਖਿਆ ਹੋਊਗਾ ਇਸਪਾਤ ਵਗੈਰਾ ਨੂੰ ਪਿਘਲਾ ਕੇ ਉਹ ਤੋਂ ਭਾਂਡੇ ਵਗੈਰਾ ਬਣਾਏ ਜਾਂਦੇ, ਕਿਸੇ ਵੀ ਮਤਲਬ ਲੋਹੇ ਤੋਂ ਪਿਘਲਾ ਕੇ ਉਹ ਤੋਂ ਹੋਰ ਕੋਈ ਔਜ਼ਾਰ ਬਣਾਇਆ ਜਾਂਦਾ। ਠੀਕ ਹੈ ਜੀ, ਇਸ ਤਰ੍ਹਾਂ ਦਾ। ਹੁਣ ਇਹਨਾਂ ਵਸਤੂਆਂ ਦਾ ਪੂੰਜੀਗਤ ਅਤੇ ਮੁੱਢਲੀਆਂ ਵਸਤਾਂ ਦਾ ਉਤਪਾਦਨ ਕਿੱਥੇ ਹੁੰਦਾ ਗਾ? ਸੰਭਵ ਇਹਨਾਂ ਦੁਆਰਾ ਹੀ ਸੰਭਵ ਹੁੰਦਾ, ਲਾਰਜ ਸਕੇਲ ਇੰਡਸਟਰੀ ਦੁਆਰਾ ਹੀ ਸੰਭਵ ਹੋ ਪਾਉਂਦਾ ਗਾ। ਕਿਉਂਕਿ ਛੋਟੇ ਉਦਯੋਗਾਂ ਦੇ ਹੁਣ ਦੇਖਿਆ ਹੋਊਗਾ, ਛੋਟੇ ਉਦਯੋਗਾਂ ਦੇ ਵਿੱਚ ਆਪਾਂ ਸਿਰਫ ਕੀ ਕਰਦੇ ਆ? ਉਹ ਕੀ ਕਰਦੇ ਨੇ? ਛੋਟੇ-ਮੋਟੇ ਕੰਮ ਬਣਾਏ ਜਾਂਦੇ ਜਿੱਥੇ ਮਸ਼ੀਨਾਂ ਦਾ ਬਹੁਤ ਹੀ ਘੱਟ ਯੂਜ਼ ਹੁੰਦਾ ਜਾਂ ਫਿਰ ਹੁੰਦਾ ਹੀ ਨਹੀਂ। ਠੀਕ ਹੈ, ਤਾਂ ਲਾਰਜ ਸਕੇਲ ਇੰਡਸਟਰੀ ਦੇ ਵਿੱਚ ਕੀ ਕੀਤੀ ਜਾਂਦੀ? ਮਸ਼ੀਨਰੀ ਤਿਆਰ ਕੀਤੀ ਜਾਂਦੀ ਹੈ। ਲੋਡ ਜਿਹੜੀ ਹੋਰ ਚੀਜ਼ਾਂ ਨੇ ਜਿਹੜੀ ਕਿ ਹੋਰ ਸਮਾਲ ਸਕੇਲ ਇੰਡਸਟਰੀ ਦੇ ਵਿੱਚ ਨਹੀਂ ਬਣ ਸਕਦੀ, ਉਹ ਚੀਜ਼ਾਂ ਨੂੰ ਆਪਾਂ ਇੱਥੇ ਪ੍ਰੋਡਿਊਸ ਕਰਦੇ ਹਾਂ। ਤਾਂ ਇਹਨਾਂ ਵਸਤੂਆਂ ਦਾ ਉਤਪਾਦਨ ਜਿਹੜਾ ਹੈਗਾ ਗਾ ਕਰਨ ਦੇ ਲਈ ਬਹੁਤ ਜ਼ਿਆਦਾ ਪੂੰਜੀ ਦੀ ਜ਼ਰੂਰਤ ਹੁੰਦੀ ਹੈ, ਜੋ ਕਿ ਆਪਾਂ ਛੋਟੇ ਇੰਡਸਟਰੀ ਦੇ ਵਿੱਚ ਨਹੀਂ ਕਰਦੇ। ਔਰ ਨਵੀਨਤਮ ਤਕਨੀਕ ਦੀ ਜ਼ਰੂਰਤ ਹੁੰਦੀ ਹੈ। ਨਵੀਨਤਮ ਮਤਲਬ ਨਵੇਂ ਤਕਨੀਕਾਂ ਦੀ ਜ਼ਰੂਰਤ ਹੁੰਦੀ ਹੈ ਇਹਨਾਂ ਦੇ ਪ੍ਰੋਡਕਸ਼ਨ ਦੇ ਲਈ। ਇਸ ਦਾ ਪ੍ਰਬੰਧ ਵੱਡੇ ਪੱਧਰ ਦੇ ਉਦਯੋਗਾਂ ਰਾਹੀਂ ਕੀਤਾ ਜਾ ਸਕਦਾ ਹੈ। ਇਹਨਾਂ ਦਾ ਪ੍ਰਯੋਗ ਮਤਲਬ ਪ੍ਰਬੰਧ ਯਾਨੀ ਮੈਨੇਜਮੈਂਟ ਕਿਹਦੇ ਦੁਆਰਾ ਕੀਤੀ ਜਾ ਸਕਦੀ ਹੈ? ਵੱਡੇ ਪੈਮਾਨੇ ਦੇ ਉਦਯੋਗਾਂ ਦੁਆਰਾ ਕੀਤੀ ਜਾ ਸਕਦੀ ਹੈ। ਅੱਗੇ ਇੱਕ ਡਾਟਾ ਦੱਸਿਆ ਗਿਆ, ਪੰਜਾਬ ਵਿੱਚ 1994-95 ਵਿੱਚ ਵੱਡੇ ਉਦਯੋਗਾਂ ਦੀ ਗਿਣਤੀ ਕਿੰਨੀ ਸੀਗੀ? ਗਿਣਤੀ ਨਹੀਂ, ਉਤਪਾਦਕ ਕਿੰਨਾ ਕੀਤਾ ਜਾਂਦਾ ਸੀਗਾ ਵੱਡੇ ਉਦਯੋਗਾਂ ਦੁਆਰਾ? 13,500 ਕਰੋੜ ਰੁਪਏ ਦਾ ਉਤਪਾਦਨ ਕੀਤਾ ਜਾਂਦਾ ਸੀਗਾ। ਠੀਕ ਹੈ ਜੀ, ਪੰਜਾਬ ਦੇ ਵਿੱਚ 1994-95 ਦੇ ਵਿੱਚ। ਠੀਕ ਹੈ ਜੀ, ਸੈਕੰਡ ਪੁਆਇੰਟ ਕੀ ਹੈ ਆਪਣਾ? ਸੈਕੰਡ ਪੁਆਇੰਟ ਹੈ ਆਰਥਿਕ ਆਧਾਰਿਕ ਸੰਰਚਨਾ, ਇਕਨੋਮਿਕ ਇਨਫਰਾਸਟ੍ਰਕਚਰ। ਜਿਵੇਂ ਕਿ ਤੁਹਾਨੂੰ ਇਨਫਰਾਸਟ੍ਰਕਚਰ ਵਾਲੀ ਵੀਡੀਓ ਦੇਖੀ ਹੋਊਗੀ ਤਾਂ ਇਨਫਰਾਸਟ੍ਰਕਚਰ ਤੁਹਾਨੂੰ ਪਤਾ ਚੱਲ ਗਿਆ ਹੋਊਗਾ ਮੀਨਿੰਗ ਕੀ ਹੁੰਦਾ ਇਨਫਰਾਸਟ੍ਰਕਚਰ, ਜੋ ਕਿ ਆਪਾਂ ਕਮਿਊਨੀਕੇਸ਼ਨ, ਟਰਾਂਸਪੋਰਟ ਵਗੈਰਾ ਹੁੰਦੇ ਨੇ, ਇਹ ਸਾਰੇ ਇਨਫਰਾਸਟ੍ਰਕਚਰ ਦੇ ਵਿੱਚ ਆ ਜਾਂਦੇ ਨੇ, ਜੋ ਕਿ ਇਕਨੋਮਿਕ ਦੇ ਗਰੋਥ ਦੇ ਲਈ ਬਹੁਤ ਹੀ ਹੁੰਦੇ ਨੇ, ਹੈਲਪਫੁਲ ਹੁੰਦੇ ਨੇ। ਉਦਯੋਗੀਕਰਨ ਦੇ ਲਈ ਆਰਥਿਕ ਆਧਾਰਿਕ ਸੰਰਚਨਾ ਭਾਵ परिवहन ਦੇ ਸਾਧਨ यानी कि ਉਹੀ ट्रांसपोर्ट ਦੇ ਸਾਧਨ, ਬਿਜਲੀ, ਸੰਚਾਰ ਦੀ ਵਿਵਸਥਾ, ਕਮਿਊਨੀਕੇਸ਼ਨ ਦੀ ਵਿਵਸਥਾ। ਠੀਕ ਹੈ, ਆਦਿ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦੀ ਹੈ। ਜਿਵੇਂ ਕਿ ਤੁਹਾਨੂੰ ਪਤਾ ਵਾ ਕਿ ਕਿਸੇ ਵੀ ਖੇਤੀਬਾੜੀ ਹੋ ਗਿਆ ਚਾਹੇ ਇੰਡਸਟਰੀ ਹੋ ਗਈ, ਇਹਨਾਂ ਦੇ ਵਿਕਾਸ ਚਾਹੁੰਦੇ ਆ ਤਾਂ ਇਹ ਚੀਜ਼ਾਂ ਦਾ ਜਿਹੜੀ ਇਨਫਰਾਸਟ੍ਰਕਚਰ ਹੈ, ਇਹਦੀ ਜਿਹੜੀ ਉન્નਤੀ ਹੈ, ਇਹਦੀ ਤਰੱਕੀ ਹੈ, ਇਹਦੇ ਵਿਕਾਸ ਆ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਠੀਕ ਹੈ ਜੀ, ਹੁਣ ਪਰਿਵਹਨ ਦੇ ਸਾਧਨ ਜਿਵੇਂ ਕਿ ਰੇਲਵੇ ਦੇ ਇੰਜਨ ਅਤੇ ਡੱਬਿਆਂ, ਟਰੱਕਾਂ, ਮੋਟਰ ਜਹਾਜ਼ਾਂ ਆਦਿ ਦਾ ਉਤਪਾਦਨ ਵੱਡੇ ਪੈਮਾਨੇ ਤੇ ਉਦਯੋਗਾਂ ਦੁਆਰਾ ਕੀਤਾ ਜਾਂਦਾ ਹੈ। ਹੁਣ ਜਿੰਨੇ ਵੀ ਹੁਣ ਪਰਿਵਹਨ ਨੇ, ਵੱਡੇ ਰੇਲ ਗੱਡੀਆਂ ਨੇ, ਟੈਲੀਫੋਨ ਨੇ, ਇਹ ਸਾਰੇ ਕਿੱਥੇ
ਪੈਦਾ ਕੀਤੀਆਂ ਜਾਂਦੀਆਂ ਨੇ ਲਾਰਜ ਸਕੇਲ ਇੰਡਸਟਰੀ ਦੇ ਵਿੱਚ। ਇਸ ਤਰ੍ਹਾਂ ਵੱਡੇ ਪੈਮਾਨੇ ਦੇ ਉਦਯੋਗ ਆਰਥਿਕ ਆਧਾਰਿਕ ਸੰਰਚਨਾ ਦੇ ਸਾਧਨ ਦਾ ਉਤਪਾਦਨ ਕਰਕੇ ਦੇਸ਼ ਦਾ ਉਦਯੋਗੀਕਰਨ ਨੂੰ ਇਹ ਕੀ ਕਰਦੇ ਨੇ, ਹੁਣ ਜੇ ਅਗਰ ਆਪਾਂ ਇਨਫਰਾਸਟ੍ਰਕਚਰ ਦਾ ਬਹੁਤ ਹੀ ਜ਼ਿਆਦਾ ਵਿਕਾਸ ਕਰਾਂਗੇ ਤਾਂ ਆਪਾਂ ਇਹਦੇ ਨਾਲ ਕੀ ਪ੍ਰਾਪਤ ਹੋਊਗੀ, ਜਿਹੜੀ ਆਰਥਿਕ ਤਰੱਕੀ ਹੈ ਉਹ ਤੇਜ਼ ਹੋਊਗੀ। ਠੀਕ ਹੈ ਜੀ, ਉਦਯੋਗੀਕਰਨ ਦਾ ਵਿਕਾਸ ਹੋਊਗਾ। ਠੀਕ ਹੈ ਜੀ। ਨੈਕਸਟ ਕੀ ਹੈ ਆਪਣਾ ਥਰਡ ਪੁਆਇੰਟ ਕੀ ਹੈ, ਖੋਜ ਅਤੇ ਉੱਚੀ ਤਕਨੀਕ, ਰਿਸਰਚ ਐਂਡ ਹਾਈ ਟੈਕਨੀਕਸ। ਰਿਸਰਚ ਕਰਨ ਦੇ ਵਿੱਚ, ਹਾਈ ਟੈਕਨੀਕਸ ਦੇ ਵਿੱਚ ਵੀ ਇੰਡਸਟਰੀ ਜਿਹੜੀ ਹੈਗੀ ਹੈ ਇਹ ਲਾਰਜ ਸਕੇਲ ਇੰਡਸਟਰੀ ਹੈਲਪਫੁਲ ਹੈ। ਠੀਕ ਹੈ ਜੀ। ਕਿਸੇ ਦੇਸ਼ ਦੇ ਉਦਯੋਗੀਕਰਨ ਲਈ ਖੋਜ ਅਤੇ ਉੱਚੀ ਤਕਨੀਕ ਦਾ ਬਹੁਤ ਮਹੱਤਵ ਹੁੰਦਾ ਗਾ। ਇਹਨਾਂ ਲਈ ਬਹੁਤ ਹੀ ਜ਼ਿਆਦਾ ਮਾਤਰਾ ਵਿੱਚ ਧਨ ਅਤੇ ਯੋਗ ਖੋਜੀਆਂ ਦੀ ਜ਼ਰੂਰਤ ਹੁੰਦੀ ਹੈ। ਵੱਡੇ ਪੈਮਾਨੇ ਦੇ ਉਦਯੋਗਾਂ ਦੀ ਖੋਜ ਅਤੇ ਯੋਗ ਖੋਜੀਆਂ ਲਈ ਜ਼ਰੂਰੀ ਲੋੜੀਂਦੇ ਧਨ ਦਾ ਪ੍ਰਬੰਧ ਕਰ ਸਕਦੇ ਹਨ। ਜਿਹੜੇ ਵੱਡੇ ਪੈਮਾਨੇ ਦੇ ਉਦਯੋਗ ਨੇ ਇਹ ਕੀ ਕਰਦੇ ਨੇ, ਖੋਜ ਦੇ ਲਈ ਅਤੇ ਜਿਹੜੇ ਯੋਗ ਖੋਜੀ ਹੁੰਦੇ ਨੇ ਉਹਨਾਂ ਦੇ ਲਈ ਬਹੁਤ ਹੀ ਮਤਲਬ ਇਹ ਕੀ ਕਰਦੇ ਨੇ, ਰੁਜ਼ਗਾਰ ਪ੍ਰਦਾਨ ਕਰਦੇ ਨੇ। ਤੇ ਇਹ ਅਗਰ ਜਿਹੜੇ ਬੰਦੇ ਵੱਡੇ ਵੱਡੇ ਸਕੇਲ ਇੰਡਸਟਰੀ ਦੇ ਵਿੱਚ ਕੰਮ ਕਰਦੇ ਨੇ ਤਾਂ ਉਹ ਅਗਰ ਉੱਥੇ ਕੰਮ ਕਰਦੇ ਨੇ ਤਾਂ ਉਹਨਾਂ ਦੀ ਇਨਕਮ ਵੀ ਹੋਊਗੀ। ਠੀਕ ਹੈ। ਇਸ ਤਰੀਕੇ ਨਾਲ ਇਹ ਕੀ ਕਰਦਾ, ਬਹੁਤ ਹੀ ਜ਼ਿਆਦਾ ਧਨ ਵੀ ਪ੍ਰੋਵਾਈਡ ਕਰਦਾ ਇੱਕ ਤਰੀਕੇ ਨਾਲ, ਯਾਨੀ ਕਿ ਕਿਸੇ ਵੀ ਖੋਜ ਦੇ ਵਿੱਚ, ਤਕਨੀਕ ਨੂੰ ਵਿਕਾਸ ਦੇ ਵਿੱਚ ਲਾਰਜ ਸਕੇਲ ਇੰਡਸਟਰੀ ਕੀ ਹੈ, ਹੈਲਪਫੁਲ ਹੈ। ਠੀਕ ਹੈ ਜੀ। ਆਪਣਾ ਫੋਰਥ ਪੁਆਇੰਟ ਕੀ ਹੈ, ਉਤਪਾਦਕ ਦੇ ਵਿੱਚ ਵਾਧਾ, ਉਤਪਾਦਕਤਾ ਦੇ ਵਿੱਚ ਵਾਧਾ। ਹੁਣ ਦੇਖੋ ਕਿਤੇ ਆਪਾਂ ਸਮੌਲ ਸਕੇਲ ਇੰਡਸਟਰੀ ਦੇ ਵਿੱਚ ਆਪਾਂ ਕੰਮ ਕਰਦੇ ਹੁੰਦੇ ਸੀਗੇ ਤਾਂ ਇੰਨੀ ਜ਼ਿਆਦਾ ਪ੍ਰੋਡਕਸ਼ਨ ਨਹੀਂ ਹੁੰਦੀ ਸੀਗੀ, ਕਿਉਂਕਿ ਇੱਥੇ ਆਪਾਂ ਜ਼ਿਆਦਾ ਇਨਵੈਸਟਮੈਂਟ ਨਹੀਂ ਕਰਦੇ ਸੀ ਔਰ ਜ਼ਿਆਦਾ ਮਸ਼ੀਨਰੀ ਵੀ ਨਹੀਂ ਯੂਜ਼ ਹੁੰਦੀ ਸੀਗੀ। ਪਰ ਲਾਰਜ ਸਕੇਲ ਇੰਡਸਟਰੀ ਦੇ ਵਿੱਚ ਦੋਨੋਂ ਚੀਜ਼ਾਂ ਹੁੰਦੀਆਂ ਨੇ, ਪੂੰਜੀ ਵੀ ਔਰ ਜ਼ਿਆਦਾ ਪੈਸੇ ਵੀ ਯੂਜ਼ ਹੁੰਦੇ ਨੇ। ਠੀਕ ਹੈ ਜੀ। ਤਾਂ ਉਤਪਾਦਕਤਾ ਨੂੰ ਵਧਾਉਣ ਦੇ ਵਿੱਚ ਲਾਰਜ ਸਕੇਲ ਇੰਡਸਟਰੀ ਕੀ ਆ, ਬਹੁਤ ਹੀ ਜ਼ਿਆਦਾ ਹੈਲਪਫੁਲ ਹੁੰਦੀ ਆ। ਭਾਰੀ ਮਾਤਰਾ ਦੇ ਵਿੱਚ ਜਿਹੜਾ ਉਤਪਾਦਨ ਹੈ ਲਾਰਜ ਸਕੇਲ ਇੰਡਸਟਰੀ ਦੇ ਵਿੱਚ ਕੀਤਾ ਜਾਂਦਾ ਗਾ। ਹੁਣ ਦੇਖੋ ਜਦ ਜ਼ਿਆਦਾ ਚੀਜ਼ਾਂ ਲਾਰਜ ਸਕੇਲ ਇੰਡਸਟਰੀ ਦੇ ਵਿੱਚ ਬਣਨਗੀਆਂ ਤਾਂ ਜ਼ਿਆਦਾ ਉਤਪਾਦਕਤਾ ਵਧੂਗੀ ਤਾਂ ਕੀ ਹੋਊਗਾ, ਕੀਮਤਾਂ ਘਟ ਜਾਣਗੀਆਂ, ਯਾਨੀ ਕੀਮਤਾਂ ਥੋੜੀ ਘਟ ਜਾਣਗੀਆਂ। ਜਿੱਥੇ ਸਮੌਲ ਸਕੇਲ ਇੰਡਸਟਰੀ ਦੇ ਵਿੱਚ ਆਪਾਂ ਨੂੰ ਕੀ ਕਰਨਾ ਪੈਂਦਾ ਸੀਗਾ, ਕਿਸੇ ਵੀ ਚੀਜ਼ ਨੂੰ ਬਣਾਉਣ ਦੇ ਲਈ ਜ਼ਿਆਦਾ ਖਰਚਾ ਆਉਂਦਾ ਹੁੰਦਾ ਸੀਗਾ, ਕਿਉਂਕਿ ਉੱਥੇ ਆਪਾਂ ਹੱਥਾਂ ਨਾਲ ਕੰਮ ਕਰਦੇ ਸੀ। ਹੁਣ ਇੱਥੇ ਮਸ਼ੀਨੀ ਯੂਜ਼ ਕਰਾਂਗੇ, ਨਵੇਂ ਤਕਨੀਕ ਯੂਜ਼ ਕਰਾਂਗੇ ਤਾਂ ਥੋੜੀ ਕੀਮਤਾਂ ਘਟ ਜਾਣਗੀਆਂ। ਠੀਕ ਹੈ ਜੀ। ਤੇ ਉਦਯੋਗੀਕਰਨ ਦੀ ਮਾਤਰਾ ਵੱਧ ਜਾਣ ਕਾਰਨ ਉਹਨਾਂ ਨੂੰ ਨਵੇਂ ਉਦਯੋਗ ਦੀ ਸਥਾਪਨਾ ਦੇ ਮੌਕੇ ਮਿਲਣਗੇ। ਤੇ ਜੇ ਮੰਨ ਲਓ ਉਦਯੋਗਾਂ ਦਾ ਵਿਕਾਸ ਹੋਊਗਾ ਤਾਂ ਹੋਰ ਯਾਨੀ ਕਿ ਲੋਕਾਂ ਨੂੰ ਮੰਗ ਕਰਨਗੇ, ਉਹ ਵਸਤੂਆਂ ਦੀ ਮੰਗ ਕਰਨਗੇ ਤਾਂ ਫਿਰ ਉਹ ਮੰਗ ਨੂੰ ਪੂਰਾ ਕਰਨ ਦੇ ਲਈ ਕੀ ਕੀਤੇ ਜਾਣਗੇ, ਇੰਡਸਟਰੀ ਦੇ ਵਿੱਚ ਹੋਰ ਵੀ ਜ਼ਿਆਦਾ ਪ੍ਰੋਡਕਸ਼ਨ ਕੀਤਾ ਜਾਊਗਾ। ਤਾਂ ਪ੍ਰੋਡਕਸ਼ਨ ਹੋਊਗਾ ਤਾਂ ਕੀ ਹੋਊਗਾ, ਇਨਕਮ ਹੀ ਜਨਰੇਟ ਹੋਊਗੀ। ਤੇ ਇਸ ਤਰੀਕੇ ਨਾਲ ਕੀ ਹੈ, ਇਹ ਹੋਰ ਉਦਯੋਗਾਂ ਨੂੰ ਸਥਾਪਿਤ ਕਰਨ ਦੇ ਵਿੱਚ ਵੀ ਹੈਲਪਫੁਲ ਹੈ। ਇਹਦੇ ਨਾਲ ਲਾਰਜ ਸਕੇਲ ਇੰਡਸਟਰੀ ਹੈਲਪਫੁਲ ਹੈ ਸਮੌਲ ਸਕੇਲ ਇੰਡਸਟਰੀ ਦੇ ਲਈ, ਔਰ ਸਮੌਲ ਸਕੇਲ ਇੰਡਸਟਰੀ ਹੈਲਪਫੁਲ ਹੈ ਲਾਰਜ ਸਕੇਲ ਇੰਡਸਟਰੀ ਦੇ ਲਈ। ਠੀਕ ਹੈ ਜੀ। ਦੋਨੇ ਇੱਕ ਦੂਸਰੇ ਦੇ ਨਾਲ ਜੁੜੇ, ਐ ਨਾ ਸਮਝਿਓ ਕਿ ਕਿਸੇ ਇੱਕ ਦਾ ਵਿਕਾਸ ਕਰਾਂਗੇ ਤਾਂ ਨਹੀਂ, ਇਹ ਦੋਨਾਂ ਦਾ ਵਿਕਾਸ ਕਰਨਾ ਜ਼ਰੂਰੀ ਹੈ। ਇਹ ਦੋਨੋਂ ਨਾਲ ਦੇ ਨਾਲ ਚੱਲਣਗੇ। ਐ ਸਮਝ ਲਓ ਇਹ ਦੋਨੇ ਇੱਕ ਬੰਦੇ ਦੇ ਹੱਥ ਨੇ। ਅਗਰ ਇੱਕ ਹੱਥ ਅਗਰ ਕੰਮ ਕਰਦਾ ਗਾ ਤਾਂ ਦੂਸਰੇ ਹੱਥ ਨੂੰ ਵੀ ਕੰਮ ਕਰਨਾ ਪੈਂਦਾ। ਕਿਸੇ ਵੀ ਕੰਮ ਨੂੰ ਕਰਨ ਦੇ ਲਈ ਦੋਨੋਂ ਹੱਥ ਦਾ ਯੂਜ਼ ਹੁੰਦਾ ਗਾ। ਉਸੇ ਤਰ੍ਹਾਂ ਲਾਰਜ ਸਕੇਲ ਅਤੇ ਸਮੌਲ ਸਕੇਲ ਇੰਡਸਟਰੀ ਜ਼ਰੂਰੀ ਹੈ ਦੇਸ਼ ਦੇ ਵਿਕਾਸ ਦੇ ਲਈ। ਠੀਕ ਹੈ ਜੀ। ਬਚਤਾਂ ਦੀ ਉਪਲਬਧਤਾ, ਠੀਕ ਹੈ ਜੀ। ਅਵੇਲੇਬਿਲਿਟੀ ਆਫ ਇਕਨੋਮਿਕਸ, ਯਾਨੀ ਕਿ ਹੁਣ ਬਚਤ ਹੋਊਗੀ ਜਿੱਥੇ ਲਾਰਜ ਸਕੇਲ ਦੇ ਵਿੱਚ। ਹੁਣ ਦੇਖੋ ਹਰ ਇੱਕ ਚੀਜ਼ ਕੀ ਹੋਊਗੀ, ਜ਼ਿਆਦਾ ਮਾਤਰਾ ਦੇ ਵਿੱਚ ਪ੍ਰੋਡਿਊਸ ਹੋਊਗੀ, ਸਸਤੀ ਮਿਲੂਗੀ ਤਾਂ ਲੋਕਾਂ ਦੀਆਂ ਬਚਤਾਂ ਵੀ ਜ਼ਿਆਦਾ ਹੋਣਗੀਆਂ, ਉਹਨਾਂ ਦੀ ਇਨਕਮ ਜ਼ਿਆਦਾ ਹੋਊਗੀ ਤਾਂ ਬਚਤਾਂ ਵੀ ਜ਼ਿਆਦਾ ਕਰਨਗੇ, ਫਿਰ ਬਚਤਾਂ ਜ਼ਿਆਦਾ ਹੋਊਗੀ ਤਾਂ ਇਨਵੈਸਟਮੈਂਟ ਜ਼ਿਆਦਾ ਹੋਊਗਾ। ਇਹ ਸਭ ਚੀਜ਼ਾਂ ਜੁੜੀਆਂ ਹੋਈਆਂ ਨੇ ਆਪਸ ਦੇ ਵਿੱਚ। ਵੱਡੇ ਪੈਮਾਨੇ ਦੇ ਉਦਯੋਗਾਂ ਕਾਰਨ ਵਸਤਾਂ ਦਾ ਉਤਪਾਦਨ ਵਿਸ਼ਾਲ ਪੈਮਾਨੇ ਅਤੇ ਘੱਟ ਲਾਗਤ ਦੇ ਕਾਰਨ ਹੁੰਦਾ ਹੈ। ਹੁਣ ਜਿਹੜੇ ਵੀ ਵੱਡੇ ਪੈਮਾਨੇ ਦੇ ਉਦਯੋਗ ਨੇ ਇਹਦੇ ਵਿੱਚ ਜਿੰਨੀਆਂ ਵੀ ਵਸਤਾਂ ਦਾ ਉਤਪਾਦਨ ਕੀਤਾ ਜਾਂਦਾ ਗਾ, ਇਹਦਾ ਲਾਗਤ ਕੀ ਹੁੰਦਾ, ਘਟ ਜਾਂਦਾ ਗਾ। ਇਸ ਦੇ ਸਿੱਟੇ ਵਜੋਂ ਉਦਯੋਗਾਂ ਨੂੰ ਕਈ ਪ੍ਰਕਾਰ ਦੀਆਂ ਬਚਤਾਂ ਪ੍ਰਾਪਤ ਹੁੰਦੀਆਂ। ਹੁਣ ਵੱਡੀ ਮਾਤਰਾ ਦੇ ਵਿੱਚ ਪ੍ਰੋਡਕਸ਼ਨ ਕਰਾਂਗੇ ਤਾਂ ਹੁਣ ਦੇਖੋ ਜਦੋਂ ਤੁਸੀਂ ਕੱਪੜਾ ਖਰੀਦਣ ਜਾਂਦੇ ਹੋ 1 ਮੀਟਰ 2 ਮੀਟਰ ਖਰੀਦੋਗੇ ਤਾਂ ਤੁਹਾਨੂੰ ਮਹਿੰਗਾ ਪੈ ਲੱਗ ਸਕਦਾ। ਇਹ ਅਗਰ ਤੁਸੀਂ ਥੋਕ ਦੇ ਵਿੱਚ ਮਾਲ ਖਰੀਦੋਗੇ, ਠੀਕ ਹੈ ਜੀ, ਤਾਂ ਉਦੋਂ ਕੀ ਹੋਊਗੀ, ਕੀਮਤ ਤੁਹਾਨੂੰ ਘੱਟ ਕਰ ਦੇਣਗੇ, ਤੁਹਾਨੂੰ ਬੈਨੀਫਿਟ ਵੀ ਹੋ ਜਾਊਗਾ। ਦੇਖਿਆ ਹੋਊਗਾ ਜਿਹੜੇ ਵਪਾਰੀ ਹੁੰਦੇ ਨੇ ਉਹ ਕੀ ਕਰਦੇ ਨੇ, ਥੋਕ ਦੇ ਵਿੱਚ ਸਮਾਨ ਖਰੀਦਦੇ ਨੇ ਤਾਂ ਜੋ ਉਹਨਾਂ ਨੂੰ ਵੀ ਬੈਨੀਫਿਟ ਅੱਗੇ ਉਹ ਗ੍ਰਾਹਕਾਂ ਨੂੰ ਉਸ ਤੋਂ ਆਪਣਾ ਪ੍ਰੋਫਿਟ ਜੋੜ ਕੇ, ਮਾਰਜਨ ਜੋੜ ਕੇ ਵੇਚ ਸਕਣ। ਠੀਕ ਹੈ ਜੀ। ਤਾਂ ਉਹੀ ਕਹਿੰਦੇ ਨੇ ਕਿ ਜਦੋਂ ਲਾਰਜ ਸਕੇਲ ਦੇ ਵਿੱਚ ਆਪਾਂ ਵੱਡੇ ਪੈਮਾਨੇ ਦੇ ਉੱਤੇ ਉਤਪਾਦਨ ਕਰਦੇ ਹਾਂ, ਜ਼ਿਆਦਾ ਉਤਪਾਦਨ ਕਰਦੇ ਹਾਂ ਤਾਂ ਕੀ ਹੁੰਦਾ ਗਾ, ਬਚਤਾਂ ਬਣਦੀਆਂ ਹੁੰਦੀਆਂ ਨੇ ਆਪਣੀਆਂ, ਜਿਨ੍ਹਾਂ ਨਾਲ ਉਹਨਾਂ ਦੀ ਲਾਗਤ ਘੱਟ ਹੋ ਜਾਂਦੀ ਹੈ ਤੇ ਉਹਨਾਂ ਦੀ ਆਂਤਰਿਕ ਮਤਲਬ ਇੰਟਰਨਲ, ਯਾਨੀ ਕਿ ਜੋ ਆਪਣੇ ਭਾਰਤ ਦੇ ਵਿੱਚ ਇਕੱਲਾ ਅਤੇ ਨਿਰਯਾਤ ਮੰਡੀ ਦੇ ਵਿੱਚ ਪ੍ਰਤੀਯੋਗਿਤਾ ਵੱਧ ਜਾਂਦੀ ਹੈ। ਠੀਕ ਹੈ ਨੀ, ਯਾਨੀ ਕਿ ਅੰਦਰ ਜਿਹੜਾ ਆਪਣੇ ਦੇਸ਼ ਦੇ ਇੱਕ ਰਾਜ ਤੋਂ ਦੂਸਰੇ ਰਾਜ ਦੇ ਵਿੱਚ ਆਪਾਂ ਕੋਈ ਵੀ ਚੀਜ਼ ਨੂੰ ਭੇਜਦੇ ਹਾਂ ਜਾਂ ਫਿਰ ਨਿਰਯਾਤ ਕਰਦੇ ਹਾਂ, ਇੱਕ ਦੇਸ਼ ਤੋਂ ਦੂਸਰੇ ਦੇਸ਼ ਦੇ ਵਿੱਚ ਭੇਜਦੇ ਹਾਂ ਜਾਂ ਫਿਰ
ਦੂਸਰੇ ਦੇਸ਼ ਤੋਂ ਇੱਕ ਆਪਣੇ ਦੇਸ਼ ਦੇ ਵਿੱਚ ਮੰਗਵਾਉਂਦੇ ਆ, ਇਹਦੀ ਪ੍ਰਤੀਯੋਗਿਤਾ ਵੱਧ ਜਾਂਦੀ ਆ। ਕਿਉਂਕਿ ਦੇਖੋ ਅਗਰ ਜੇ ਆਪਾਂ ਲਾਰਜ ਸਕੇਲ ਇੰਡਸਟਰੀ ਦੇ ਵਿੱਚ ਆਪਾਂ ਪ੍ਰੋਡਕਸ਼ਨ ਕਰਦੇ ਆ, ਕੋਈ ਵੀ ਚੀਜ਼ ਦਾ ਉਤਪਾਦਨ ਕਰਦੇ ਆ, ਜ਼ਿਆਦਾ ਹੋਊਗਾ ਤਾਂ ਆਪਾਂ ਕੀ ਕਰਾਂਗੇ, ਉਹਦਾ ਦੂਸਰੇ ਦੇਸ਼ ਦੇ ਵਿੱਚ ਭੇਜਾਂਗੇ, ਠੀਕ ਹੈ ਜੀ, ਤਾਂ ਜੋ ਕੀ ਹੋਊਗਾ, ਸਾਡਾ ਵੀ ਬੈਨੀਫਿਟ ਹੋਊਗਾ, ਕਿਉਂਕਿ ਸਾਡੇ ਲੋਕਾਂ ਨੂੰ ਰੁਜ਼ਗਾਰ ਮਿਲੂਗਾ, ਦੂਸਰੇ ਲੋਕਾਂ ਨੂੰ ਕੰਮ ਉਹ ਮਿਲੂਗਾ, ਵਸਤੂਆਂ ਮਿਲਣਗੀਆਂ, ਠੀਕ ਹੈ ਜੀ। ਤੇ ਇਸ ਦੇ ਸਿੱਟੇ ਵਜੋਂ ਕਈ ਪ੍ਰਕਾਰ ਦੇ ਨਵੇਂ ਅਤੇ ਨਿਰਯਾਤ ਪ੍ਰੇਰਕ ਉਦਯੋਗਾਂ ਦੀ ਸਥਾਪਨਾ ਸੰਭਵ ਹੋਵੇ। ਇਹਦੇ ਨਾਲ ਕੀ ਹੋਊਗਾ, ਜਦੋਂ ਇੱਕ ਵਸਤੂ ਦਾ ਨਿਰਯਾਤ ਕੀਤਾ ਜਾਊਗਾ ਤਾਂ ਹੋਰ ਵੀ ਇੰਡਸਟਰੀ ਅੱਗੇ ਆਉਣਗੇ, ਹੋਰ ਵੀ ਲੋਕ ਅੱਗੇ ਆਣਗੇ, ਆਪਣੀ ਵੱਡੇ ਵੱਡੇ ਉਦਯੋਗਾਂ ਨੂੰ ਸਥਾਪਿਤ ਕਰਨ ਦੇ ਵਿੱਚ ਇਨਵੈਸਟਮੈਂਟ ਕਰਨਗੇ, ਤੇ ਉਹਦੇ ਨਾਲ ਕੀ ਹੋਊਗਾ, ਆਪਣੀ ਜੋ ਐਕਸਪੋਰਟ ਦੀ ਉਹ ਹੈ ਮਾਤਰਾ ਹੈ ਉਹ ਕੀ ਵੱਧ ਜੂਗੀ, ਠੀਕ ਹੈ ਜੀ। ਨੈਕਸਟ ਆਪਣਾ 6th ਪੁਆਇੰਟ ਰਹਿ ਗਿਆ, ਉਸ ਤੋਂ ਬਾਅਦ ਲਾਸਟ ਇਹ ਪੁਆਇੰਟ, ਠੀਕ ਹੈ ਜੀ। ਉਸ ਤੋਂ ਬਾਅਦ ਆਪਣੀ ਵੀਡੀਓ ਦਾ ਜਿਹੜਾ ਹੈਗਾ ਐਂਡ ਕਰਾਂਗੇ, ਠੀਕ ਹੈ ਜੀ। ਤਾਂ ਫਟਾਫਟ ਡਿਸਕਸ ਕਰ ਲਿਆ। ਸਹਾਇਕ ਉਦਯੋਗਾਂ ਦੀ ਸਥਾਪਨਾ, ਇਹਦੇ ਨਾਲ ਕੀ ਹੋਊਗਾ, ਸਹਾਇਕ ਯਾਨੀ ਕਿ ਜਿਹੜੇ ਦੂਸਰੇ ਇੰਡਸਟਰੀ ਨੂੰ ਸਥਾਪਿਤ ਕਰਨ ਦੇ ਵਿੱਚ ਕੀ ਹੋਣਗੇ, ਹੈਲਪਫੁਲ ਹੋਊਗਾ। ਕੌਣ, ਲਾਰਜ ਸਕੇਲ ਇੰਡਸਟਰੀ, ਠੀਕ ਹੈ ਜੀ। ਇਸਟੈਬਲਿਸ਼ਮੈਂਟ ਆਫ ਐਂਸੀਲੀਅਰੀ ਇੰਡਸਟਰੀਜ਼, ਕੁਝ ਵਿਸ਼ੇਸ਼ ਵਸਤੂਆਂ ਜਿਵੇਂ ਕਿ ਐਲੂਮੀਨੀਅਮ, ਇਸਪਾਤ, ਕਾਰਾਂ ਆਦਿ ਦਾ ਉਤਪਾਦਨ ਸਿਰਫ ਵੱਡੇ ਪੈਮਾਨੇ ਉੱਤੇ ਹੀ ਸੰਭਵ ਹੁੰਦਾ ਹੈ। ਇਹਨਾਂ ਉਦਯੋਗਾਂ ਦੀ ਸਥਾਪਨਾ ਕਾਰਨ ਹੀ ਸਹਾਇਤਾ ਉਦਯੋਗਾਂ ਦੀ ਸਥਾਪਨਾ ਨੂੰ ਪ੍ਰੋਤਸਾਹਿਤ ਕਰਦੀ ਹੈ। ਹੁਣ ਇਹ ਜਿਹੜੇ ਉਦਯੋਗ ਨੇ, ਐਲੂਮੀਨੀਅਮ, ਇਸਪਾਤ ਜਾਂ ਹੋਰ ਵੀ ਕਾਰਾਂ ਦੇ ਹੋ ਗਏ, ਜਾਂ ਕੋਈ ਹੈਲੀਕਾਪਟਰ ਦੇ ਪਾਰਟਸ ਬਣਾਉਣ ਵਾਲੀ ਹੋ ਗਈ ਇੰਡਸਟਰੀ, ਠੀਕ ਹੈ ਜੀ। ਇਹ ਕੀ ਹੋਣ, ਇਹਨਾਂ ਨੂੰ ਸਥਾਪਿਤ ਕਰਨ ਦੇ, ਇਹਨਾਂ ਚੀਜ਼ਾਂ ਨੂੰ ਉਤਪਾਦਿਤ ਕਰਨ ਲਈ ਵੱਡੇ ਸਕੇਲ ਇੰਡਸਟਰੀ ਦੀ ਜ਼ਰੂਰਤ ਹੁੰਦੀ ਆ, ਠੀਕ ਹੈ ਜੀ। ਤਾਂ ਇਹਨਾਂ ਉਦਯੋਗਾਂ ਨੂੰ ਸਥਾਪਿਤ ਕਰਨ ਦੇ ਲਈ ਕੌਣ ਹੈਲਪਫੁਲ ਹੋਊਗੀ, ਵੱਡੇ ਸਕੇਲ ਦੀ ਇੰਡਸਟਰੀ, ਕਿਉਂਕਿ ਇਹ ਚੀਜ਼ਾਂ ਨੂੰ ਪ੍ਰੋਡਕਟ ਕਰਨਾ ਆ, ਬਣਾਉਣਾ ਗਾ, ਤਾਂ ਆਪਾਂ ਨੂੰ ਚਾਹੀਦਾ ਲਾਰਜ ਸਕੇਲ ਇੰਡਸਟਰੀ। ਤਾਂ ਇਹ ਚੀਜ਼ਾਂ ਕਿਹਨੂੰ ਫੋਰਸ ਕਰਨਗੀਆਂ, ਕਿਹਨੂੰ ਸਥਾਪਿਤ ਕਰਨ ਦੇ ਵਿੱਚ ਜ਼ੋਰ ਦੇਣਗੀਆਂ, ਵੱਡੇ ਸਕੇਲ ਦੀ ਇੰਡਸਟਰੀ ਨੂੰ, ਠੀਕ ਹੈ ਜੀ। ਇਹਨਾਂ ਉਦਯੋਗਾਂ ਦੀ ਸਥਾਪਨਾ ਕਾਰਨ ਹੀ ਸਹਾਇਕ ਉਦਯੋਗਾਂ ਦੀ ਸਥਾਪਨਾ ਨੂੰ ਪ੍ਰੋਤਸਾਹਨ ਮਿਲੇਗਾ। ਉਦਾਹਰਨ ਵਜੋਂ ਮਾਰੂਤੀ ਉਦਯੋਗਾਂ ਦੀ ਸਥਾਪਨਾ ਸੰਭਵ ਹੋ ਸਕੀ ਹੈ। ਸਿੱਟੇ ਵਜੋਂ ਕਈ ਸਹਾਇਕ ਉਦਯੋਗ ਜਿਵੇਂ ਕਿ ਰਬੜ, ਪਲਾਸਟਿਕ, ਬਿਜਲੀ ਆਦਿ ਦੀ ਸਥਾਪਨਾ ਸੰਭਵ ਹੋ ਸਕੀ ਹੈ। ਇਹਨਾਂ ਉਦਯੋਗਾਂ ਮਾਰੂਤੀ ਉਦਯੋਗਾਂ ਦੇ ਕੱਚਾ ਮਾਲ ਦਾ ਉਤਪਾਦਨ ਕਰਦੇ ਹਨ। ਹੁਣ ਇਹ ਉਦਯੋਗ ਕੀ ਕਰਦੇ ਨੇ, ਮਾਰੂਤੀ ਉਦਯੋਗ ਲਈ ਕੀ ਕਰਦੇ ਨੇ, ਕੱਚਾ ਮਾਲ ਪ੍ਰਦਾਨ ਕਰਦੇ ਨੇ। ਹੁਣ ਮੰਨ ਲਓ ਕੋਈ ਕਾਰ ਬਣਾਉਣ ਵਾਲੀ ਫੈਕਟਰੀ ਆ, ਠੀਕ ਹੈ ਜੀ। ਤਾਂ ਹੁਣ ਉਹ ਕਾਰ ਤਾਂ ਐ ਨਹੀਂ ਹੈਗੀ ਕਿ ਪੂਰੀ ਜਿੰਨੇ ਵੀ ਉਹਦੇ ਵਿੱਚ ਇੰਸਟਰੂਮੈਂਟ ਯੂਜ਼ ਹੁੰਦੇ ਨੇ ਜਾਂ ਜਿੰਨੇ ਵੀ ਉਹਦੇ ਵਿੱਚ ਪਾਰਟਸ ਹੁੰਦੇ ਨੇ ਉਹ ਸਾਰੇ ਇੱਕੋ ਹੀ ਫੈਕਟਰੀ ਦੇ ਵਿੱਚ ਬਣਦੇ, ਉਹੀ ਫੈਕਟਰੀ ਦੇ ਵਿੱਚ ਬਣਦੇ ਹਨ ਜਿਹੜੇ ਕਿ ਕਾਰ ਬਣਾਉਂਦੇ ਨਹੀਂ ਨਾ। ਤਾਂ ਉਹਦੇ ਵਿੱਚ ਜਿਵੇਂ ਰਬੜ ਦਾ ਕੋਈ ਯੂਜ਼ ਹੁੰਦਾ ਹੈਗਾ, ਮੈਟ ਦਾ ਯੂਜ਼ ਹੁੰਦਾ, ਜਿਹੜੀ ਸ਼ੀਟਾਂ ਲੱਗੀਆਂ ਉਹਦੀ ਲਾਈਟਸ, ਹੈਡਲਾਈਟਸ, ਠੀਕ ਹੈ, ਸਾਈਡ ਮਿਰਰ, ਜਿੰਨੀਆਂ ਵੀ ਪਾਰਟਸ ਉਹ ਅਲੱਗ-ਅਲੱਗ ਚੀਜ਼ਾਂ ਤੋਂ, ਅਲੱਗ-ਅਲੱਗ ਥਾਵਾਂ ਤੋਂ ਬਣੀਆਂ ਹੁੰਦੀਆਂ ਨੇ। ਤਾਂ ਇਹ ਜਿਹੜੀ ਦੂਸਰੀ ਇੰਡਸਟਰੀ ਨੇ, ਛੋਟੇ ਇੰਡਸਟਰੀਆਂ ਨੇ, ਇਹ ਇੰਡਸਟਰੀਆਂ ਜਾਂ ਫਿਰ ਇੰਨੀਆਂ ਛੋਟੀਆਂ ਵੀ ਨਹੀਂ ਪਰ ਛੋਟੇ ਤੋਂ ਬੜੀਆਂ, ਠੀਕ ਹੈ ਜੀ। ਇਹਨਾਂ ਇੰਡਸਟਰੀ ਨੂੰ ਸਥਾਪਿਤ ਕਰਨ ਦੇ ਵਿੱਚ ਹੁਣ ਦੇਖੋ ਕਿੱਥੇ ਕਾਰ ਬਣਾਉਣ ਵਾਲੀ ਇੱਕ ਇੰਡਸਟਰੀ ਲੱਗ ਗਈ, ਇੱਕ ਕਾਰ ਬਣਾਉਣ ਵਾਲੀ ਇੰਡਸਟਰੀ ਲੱਗੀ ਤਾਂ ਨਾਲ ਆਪਣੇ ਕਿੰਨੇ 5-6 ਹੋਰ ਇੰਡਸਟਰੀ ਨੂੰ ਸਥਾਪਿਤ ਕਰਨ ਦੇ ਵਿੱਚ ਹੈਲਪਫੁਲ ਹੋਗੀ, ਕਿਉਂਕਿ ਉਹ ਸਾਰੀਆਂ ਪਾਰਟਸ ਬਣਾਉਣ ਵਾਲੀਆਂ ਫੈਕਟਰੀਆਂ ਲੱਗ ਜਾਣਗੀਆਂ ਤੇ ਉਹਨਾਂ ਨੂੰ ਲੱਗਣ ਦੇ ਵਿੱਚ ਕੀ ਮਿਲੂਗੀ, ਹੈਲਪਫੁਲ ਮਿਲੂਗੀ। ਕਿਉਂਕਿ ਉਹ ਸੋਚਣਗੇ ਕਿ ਮਾਰੂਤੀ ਜਿਹੜੀ ਬਣਾਉਂਦੀ ਹੈ ਕੰਪਨੀ ਕਾਰ, ਇਹਨੂੰ ਕੀ ਚਾਹੀਦਾ ਹੋਊਗਾ, ਪਾਰਟਸ ਚਾਹੀਦੇ ਹੋਣਗੇ, ਤਾਂ ਕਿਉਂ ਨਾ ਮੈਂ ਬਣਾ ਕੇ ਉਹਨੂੰ ਵੇਚਾਂ, ਠੀਕ ਹੈ ਜੀ। ਤਾਂ ਇਸ ਨਾਲ ਇਹ ਦੂਸਰੇ ਉਦਯੋਗਾਂ ਨੂੰ ਸਟੈਬਲਿਸ਼ ਕਰਨ ਦੇ ਵਿੱਚ ਕੀ ਹੈ, ਹੈਲਪਫੁਲ ਹੈ, ਠੀਕ ਹੈ ਜੀ। ਆਈ ਹੋਪ ਤੁਹਾਨੂੰ ਇਹ ਪੁਆਇੰਟ ਸਾਰੇ ਕਲੀਅਰ ਹੋ ਗਏ ਹੋਣਗੇ। ਜੇ ਫਿਰ ਵੀ ਤੁਹਾਨੂੰ ਕੋਈ ਕਨਫਿਊਜ਼ਨ ਹੈ ਤੁਸੀਂ ਕਮੈਂਟ ਬਾਕਸ ਦੇ ਵਿੱਚ ਮੈਨੂੰ ਪੁੱਛ ਸਕਦੇ ਹੋ। ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ। ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ।